ਪਿਆਰੇ ਵਿਦਿਆਰਥੀਓ, ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਵਾਤਾਵਰਣ ਸਿੱਖਿਆ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਜਾ ਰਹੇ ਹਾਂ। ਇਸ ਵਿੱਚ ਅਸੀਂ ਵਾਤਾਵਰਣ ਸਿੱਖਿਆ ਦੇ ਬਹੁਪੱਖੀ ਵਿਸ਼ੇ, ਪਰਿਭਾਸ਼ਾ ਅਤੇ ਮਹੱਤਵ ਬਾਰੇ ਗੱਲ ਕਰਾਂਗੇ। ਵਾਤਾਵਰਣ ਤੋਂ ਭਾਵ ਹੈ ਸਾਡਾ ਆਲਾ ਦੁਆਲਾ। ਆਪਣੇ ਆਲੇ ਦੁਆਲੇ ਦੇ ਸਜੀਵ ਅਤੇ ਨਿਰਜੀਵ ਜਗਤ ਦੇ ਅਧਿਐਨ ਨੂੰ ਹੀ ਅਸੀਂ ਵਾਤਾਵਰਣ ਅਧਿਐਨ ਆਖਦੇ ਹਾਂ। ਵਾਤਾਵਰਣ ਸਿੱਖਿਆ ਇੱਕ ਬਹੁਪੱਖੀ ਵਿਸ਼ਾ ਹੈ। ਇਸ ਵਿੱਚ ਵੱਖ-ਵੱਖ ਵਿਸ਼ਿਆਂ ਜਿਵੇਂ ਜੀਵ ਵਿਗਿਆਨ, ਭੌਤਿਕ ਵਿਗਿਆਨ, ਰਸਾਇਣਿਕ ਵਿਗਿਆਨ, ਕੰਪਿਊਟਰ ਸਾਇੰਸ, ਦਰਸ਼ਨ ਸ਼ਾਸਤਰ, ਅਰਥ ਸ਼ਾਸਤਰ ਅਤੇ ਕਾਨੂੰਨ ਦੇ ਵਿਸਤ੍ਰਿਤ ਅਧਿਐਨ ਦੀ ਲੋੜ ਪੈਂਦੀ ਹੈ। ਵਾਤਾਵਰਣ ਸਿੱਖਿਆ ਵਿੱਚ ਅਸੀਂ ਕੁਦਰਤੀ ਸਰੋਤਾਂ ਅਤੇ ਉਹਨਾਂ ਦੀ ਸਾਂਭ ਸੰਭਾਲ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਵਾਤਾਵਰਣ ਅਧਿਐਨ ਸਾਨੂੰ ਸਾਡੇ ਆਲੇ ਦੁਆਲੇ ਅਤੇ ਉਸ ਦਾ ਸਜੀਵ ਜਗਤ ਤੇ ਕੀ ਪ੍ਰਭਾਵ ਪੈਂਦਾ ਹੈ ਬਾਰੇ ਵੀ ਜਾਣਕਾਰੀ ਦਰਸਾਉਂਦਾ ਹੈ। ਇਸ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਸਮਾਜਿਕ ਮੁੱਦਿਆਂ ਜਿਵੇਂ ਜਲਵਾਯੂ ਤਬਦੀਲੀ, ਵਿਸ਼ਵ ਵਿਆਪੀ ਗਰਮੀ ਅਤੇ ਉਹਨਾਂ ਦੇ ਉਪਲਬਧ ਹੱਲ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਵਾਤਾਵਰਣ ਸਿੱਖਿਆ ਦਾ ਸਕੋਪ ਵਾਤਾਵਰਣ ਅਧਿਐਨ ਦਾ ਬਹੁਤ ਸਾਰੇ ਖੇਤਰਾਂ ਵਿੱਚ ਬਹੁਤ ਵਿਸਤ੍ਰਿਤ ਦਾਇਰਾ ਹੈ। ਇਸ ਵਿੱਚ ਵਿਗਿਆਨ ਅਤੇ ਸਮਾਜਿਕ ਅਧਿਐਨ ਦੇ ਲਗਭਗ ਹਰੇਕ ਖੇਤਰ ਸ਼ਾਮਲ ਹਨ, ਜਿਵੇਂ ਕਿ ਗ੍ਰੀਨ ਮਾਰਕੀਟਿੰਗ, ਗ੍ਰੀਨ ਐਡਵੋਕੇਸੀ, ਐਨਵਾਇਰਨਮੈਂਟਲ ਜਰਨਲਿਜ਼ਮ, ਹੈਲਥ ਸਰਵਿਸਿਜ਼, environmental pollution control, industry, weather forecasting and forestry। ਆਓ ਅਸੀਂ ਹੁਣ ਹਰੇਕ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰੀਏ। ਗ੍ਰੀਨ ਮਾਰਕੀਟਿੰਗ ਤੋਂ ਭਾਵ ਹੈ ਵਾਤਾਵਰਣ ਸਿੱਖਿਆ ਦਾ ਗ੍ਰੀਨ ਮਾਰਕੀਟਿੰਗ ਵਿੱਚ ਇੱਕ ਖਾਸ ਰੋਲ ਹੈ। ਵਾਤਾਵਰਣ ਦੇ ਮਾਹਿਰ ਸਾਨੂੰ ਵਾਤਾਵਰਣ ਦੇ ਅਨੁਕੂਲ ਉਤਪਾਦ ਪ੍ਰਦਾਨ ਕਰਦੇ ਹਨ ਤਾਂ ਕਿ ਵਾਤਾਵਰਣ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਉਠਾਉਣਾ ਪਵੇ। ਇਸੇ ਤਰ੍ਹਾਂ ਗ੍ਰੀਨ ਐਡਵੋਕੇਸੀ ਵਾਤਾਵਰਣ ਸਿੱਖਿਆ ਸਾਨੂੰ ਗ੍ਰੀਨ ਐਡਵੋਕੇਸੀ ਵਿੱਚ ਵੀ ਇੱਕ ਬਹੁਤ ਵੱਡਾ ਵਡਮੁੱਲਾ ਯੋਗਦਾਨ ਪ੍ਰਦਾਨ ਕਰਦੀ ਹੈ। ਜਿਵੇਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਾਡੇ ਪਾਣੀ, ਮਿੱਟੀ, ਹਵਾ, ਵਾਤਾਵਰਣ ਦੇ ਸੰਬੰਧੀ ਵੱਖ-ਵੱਖ ਮਸਲਿਆਂ ਨੂੰ ਸੁਲਝਾਉਣ ਅਤੇ ਨਜਿੱਠਣ ਵਿੱਚ ਮਦਦ ਕਰਦੀ ਹੈ। ਇਸੇ ਤਰ੍ਹਾਂ ਨਦੀਆਂ ਦੇ ਪਾਣੀ ਦੀ ਵੰਡ, ਪੀਣ ਵਾਲੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਗ੍ਰੀਨ ਐਡਵੋਕੇਟਸ ਦੀ ਬਹੁਤ ਮੰਗ ਹੈ, ਬਹੁਤ ਲੋੜ ਹੈ। ਐਨਵਾਇਰਨਮੈਂਟਲ ਜਰਨਲਿਜ਼ਮ ਵਾਤਾਵਰਣ ਦੇ ਮਾਹਰ ਸਾਨੂੰ ਵਾਤਾਵਰਣ ਪੱਤਰਕਾਰੀ ਵਿੱਚ ਖਾਸ ਭੂਮਿਕਾ ਦਾ ਅੰਦਾਜ਼ਾ ਲਗਾ ਸਕਦੇ ਹਨ। ਵਾਤਾਵਰਣ ਦੇ ਸੰਬੰਧੀ ਵੱਖ-ਵੱਖ ਤਰ੍ਹਾਂ ਦੇ ਸਮਾਜਿਕ ਮੁੱਦੇ ਜਿਵੇਂ ਵਿਸ਼ਵ ਵਿਆਪੀ ਗਰਮੀ, ਜਲਵਾਯੂ ਤਬਦੀਲੀ ਆਦਿ ਨੂੰ ਸੁਲਝਾਉਣ ਲਈ ਵਾਤਾਵਰਣ ਦੇ ਮਾਹਿਰ ਸਾਨੂੰ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਬਹੁਤ ਲੋੜਵੰਦ ਹਨ। ਇਸੇ ਤਰ੍ਹਾਂ ਸਿਹਤ ਸੇਵਾਵਾਂ ਵਿੱਚ ਵਾਤਾਵਰਣ ਦੇ ਮਾਹਿਰ ਸਾਨੂੰ ਪੀਣ ਲਈ ਸਾਫ਼ ਪਾਣੀ ਅਤੇ ਹਸਪਤਾਲਾਂ ਵਿੱਚ ਸਾਫ਼ ਸੁਥਰਾ ਆਲਾ ਦੁਆਲਾ ਮੁਹੱਈਆ ਕਰਵਾਉਂਦੇ ਹਨ। ਜਿਸ ਤਰ੍ਹਾਂ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਵਾਤਾਵਰਣ ਦੇ ਮਾਹਰਾਂ ਦੀ ਬਹੁਤ ਮੰਗ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਵਾਤਾਵਰਣ ਸਿੱਖਿਆ ਦੇ ਮਾਹਿਰ ਸਾਨੂੰ ਪ੍ਰਦੂਸ਼ਣ ਨੂੰ ਕਾਬੂ ਕਰਨ ਵਿੱਚ ਲਈ ਵੀ ਲੋੜੀਂਦੇ ਹਨ। ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣ ਜਿਵੇਂ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ ਜਾਂ ਧੁਨੀ ਪ੍ਰਦੂਸ਼ਣਾਂ ਨੂੰ ਕਾਬੂ ਕਰਨ ਲਈ ਵੀ ਸਾਨੂੰ ਵਾਤਾਵਰਣ ਦੇ ਮਾਹਰਾਂ ਦੀ ਲੋੜ ਹੈ। ਨੈਕਸਟ, ਇੰਡਸਟਰੀ ਜਾਂ ਉਦਯੋਗ ਵਾਤਾਵਰਣ ਪ੍ਰਬੰਧਕ ਸਾਡੇ ਉਦਯੋਗਾਂ ਨੂੰ ਬਹੁਤ ਢੰਗ ਨਾਲ ਚਲਾ ਸਕਦੇ ਹਨ ਤਾਂ ਕਿ ਵਾਤਾਵਰਣ
ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਅਸੀਂ ਪ੍ਰਬੰਧਨ ਕਰ ਸਕੀਏ ਤੇ ਅਸੀਂ ਵਾਤਾਵਰਣ ਦੇ ਅਨੁਕੂਲ ਉਤਪਾਦ ਬਣਾ ਸਕੀਏ। ਨੈਕਸਟ ਇਜ਼ ਵੈਦਰ ਫੋਰਕਾਸਟਿੰਗ। ਮੌਸਮ ਪ੍ਰਤੀ ਭਵਿੱਖਬਾਣੀ ਵੀ ਵਾਤਾਵਰਣ ਦੇ ਮਾਹਿਰ ਹੀ ਸਾਨੂੰ ਦਿੰਦੇ ਹਨ, ਤਾਂ ਜੋ ਸਾਨੂੰ ਸਮੇਂ ਤੋਂ ਪਹਿਲਾਂ ਆਉਣ ਵਾਲੇ ਤਬਾਹੀ ਜਿਵੇਂ ਭੂਚਾਲ, ਹੜ੍ਹ, ਸੋਕਾ ਬਾਰੇ ਵੀ ਜਾਣਕਾਰੀ ਪ੍ਰਾਪਤ ਹੋ ਸਕੇ। ਫੋਰੈਸਟਰੀ, ਜੰਗਲਾਤ ਦਾ ਮਹਿਕਮਾ, ਵਾਤਾਵਰਣ ਦੇ ਮਾਹਿਰ ਸਾਨੂੰ ਜੰਗਲ ਦੇ ਰਕਬੇ ਨੂੰ ਹੋਰ ਵਿਸਥਾਰਪੂਰਵਕ ਵਧਾਉਣ ਵਿੱਚ ਕਾਫੀ ਮਦਦਗਾਰ ਹੋ ਸਕਦੇ ਹਨ। ਇਸ ਤੋਂ ਇਲਾਵਾ ਵਾਤਾਵਰਣ ਸਿੱਖਿਆ ਦਾ ਇੱਕ ਖਾਸ ਮਹੱਤਵ ਹੈ। ਸੋ ਵਾਤਾਵਰਣ ਅਧਿਐਨ ਦੀ ਕੀ ਮਹੱਤਤਾ ਹੈ? ਇਸ ਦੁਆਰਾ ਅਸੀਂ ਵਾਤਾਵਰਣ ਸੰਬੰਧੀ ਵੱਖ-ਵੱਖ ਪ੍ਰੋਬਲਮਸ ਤੇ ਉਹਨਾਂ ਦੇ ਜੋ ਸੁਝਾਅ ਜਾਂ ਹੱਲ ਹਨ, ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਵਾਤਾਵਰਣ ਸਿੱਖਿਆ ਵਿਦਿਆਰਥੀਆਂ ਦੇ ਜੀਵਨ ਵਿੱਚ ਇੱਕ ਖਾਸ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਸਾਡੇ ਵਿਦਿਆਰਥੀ ਪੀੜ੍ਹੀ ਜਾਂ ਨੌਜਵਾਨ ਪੀੜ੍ਹੀ ਆਮ ਜਨਤਾ ਨੂੰ ਵੀ ਵਾਤਾਵਰਣ ਦੇ ਵੱਖ-ਵੱਖ ਵਿਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰ ਸਕਦੀ ਹੈ। ਇਸੇ ਤਰ੍ਹਾਂ ਵਾਤਾਵਰਣ ਸਿੱਖਿਆ ਸਾਨੂੰ ਵੱਖ-ਵੱਖ ਕੁਦਰਤੀ ਸਰੋਤ ਜਿਵੇਂ ਹਵਾ, ਮਿੱਟੀ, ਪਾਣੀ ਅਤੇ ਉਸ ਨੂੰ ਬਚਾਉਣ ਦੇ ਕੀ ਉਪਰਾਲੇ ਕਰਨੇ ਚਾਹੀਦੇ ਹਨ ਬਾਰੇ ਜਾਣਕਾਰੀ ਦਿੰਦੀ ਹੈ। ਵਾਤਾਵਰਣ ਸਿੱਖਿਆ ਸਾਨੂੰ ਜੈਵਿਕ ਵਿਭਿੰਨਤਾ ਨੂੰ ਬਚਾਉਣ ਲਈ ਕਿਹੜੀਆਂ-ਕਿਹੜੀਆਂ ਵਿਧੀਆਂ ਵਰਤਣੀਆਂ ਚਾਹੀਦੀਆਂ ਹਨ, ਇਸ ਬਾਰੇ ਵੀ ਜਾਣਕਾਰੀ ਦਿੰਦੀ ਹੈ। ਇਸੇ ਤਰ੍ਹਾਂ ਵਾਤਾਵਰਣ ਸਿੱਖਿਆ ਸਾਨੂੰ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਵੱਖ-ਵੱਖ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੰਦੀ ਹੈ। ਵਾਤਾਵਰਣ ਸਿੱਖਿਆ ਸਾਨੂੰ ਆਪਣੇ ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿੱਚ ਵੀ ਮਦਦ ਕਰਦੀ ਹੈ, ਤਾਂ ਕਿ ਵੱਖ-ਵੱਖ ਤਰ੍ਹਾਂ ਦੀਆਂ ਪਰਿਆਵਰਣ ਪ੍ਰਣਾਲੀਆਂ ਜਿਵੇਂ ਜੰਗਲਾਤ ਪਰਿਆਵਰਣ ਪ੍ਰਣਾਲੀ ਜਾਂ ਗ੍ਰਾਸਲੈਂਡ ਇਕੋਸਿਸਟਮ ਨੂੰ ਕਿਵੇਂ ਸੰਤੁਲਿਤ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਾਤਾਵਰਣ ਸੰਬੰਧੀ ਸਾਨੂੰ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਸੋ ਨੀਡ ਫॉर ਪਬਲਿਕ ਅਵੇਅਰਨੈਸ, ਜਨਤਕ ਜਾਗਰੂਕਤਾ ਦੀ ਕੀ ਜ਼ਰੂਰਤ ਹੈ। ਅਸੀਂ ਆਮ ਜਨਤਾ ਨੂੰ ਵੀ ਵਾਤਾਵਰਣ ਸੰਬੰਧੀ ਜਾਗਰੂਕ ਕਰਨਾ ਚਾਹੁੰਦੇ ਹਾਂ, ਤਾਂ ਕਿ ਵਾਤਾਵਰਣ ਨੂੰ ਬਚਾਇਆ ਜਾ ਸਕੇ। ਇਸ ਨੂੰ ਬਚਾਉਣ ਦੇ ਵੱਖ-ਵੱਖ ਤਰੀਕੇ ਵੀ ਹਨ। ਅਸੀਂ ਜਾਗਰੂਕਤਾ ਪੈਦਾ ਕਰਨ ਦੇ ਬਹੁਤ ਸਾਰੇ ਤਰੀਕੇ ਅਪਣਾ ਸਕਦੇ ਹਾਂ, ਜਿਵੇਂ ਕਿ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਰਾਹੀਂ ਵਾਤਾਵਰਣ ਨਾਲ ਜੁੜੇ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਕੇ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਟੈਲੀਵਿਜ਼ਨ ਅਤੇ ਰੇਡੀਓ ਵਾਤਾਵਰਣ ਨਾਲ ਜੁੜੇ ਪ੍ਰੋਗਰਾਮਾਂ ਦਾ ਸਹੀ ਪ੍ਰਸਾਰਣ ਕਰਕੇ ਆਮ ਜਨਤਾ ਨੂੰ ਜਾਗਰੂਕ ਕਰ ਸਕਦੇ ਹਨ। ਖਾਸ ਕਰਕੇ ਖੇਤਰੀ ਜਾਂ ਸਥਾਨਿਕ ਭਾਸ਼ਾਵਾਂ ਵਿੱਚ ਅਖਬਾਰ ਮੌਜੂਦਾ ਵਾਤਾਵਰਣ ਸੰਬੰਧਿਤ ਸਮੱਸਿਆਵਾਂ ਦੇ ਹੱਲ ਪ੍ਰਕਾਸ਼ਿਤ ਕਰ ਸਕਦੇ ਹਨ ਤੇ ਜਨਤਾ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਵਾਤਾਵਰਣ ਸੰਬੰਧੀ ਸੈਮੀਨਾਰ, ਵਰਕਸ਼ਾਪ, ਕਾਨਫਰੰਸਾਂ ਦਾ ਆਯੋਜਨ ਵੀ ਕੀਤਾ ਜਾ ਸਕਦਾ ਹੈ, ਤਾਂ ਕਿ ਆਮ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਸਕੂਲੀ ਅਤੇ ਕਾਲਜ ਦੇ ਪੱਧਰ ਤੇ ਸਲੋਗਨ ਲਿਖਣ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਵੀ ਕਰਵਾਏ ਜਾ ਸਕਦੇ ਹਨ। ਇਸ ਤਰ੍ਹਾਂ ਵਾਤਾਵਰਣ ਸਿੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਰਾਸ਼ਟਰੀ ਸੰਸਥਾਵਾਂ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਨੈਸ਼ਨਲ ਆਰਗੇਨਾਈਜੇਸ਼ਨਸ ਜਾਂ ਰਾਸ਼ਟਰੀ ਸੰਸਥਾਵਾਂ, ਜਿਵੇਂ ਤੁਸੀਂ ਦੇਖਦੇ ਹੋ, ਉਹ ਸੰਸਥਾਵਾਂ ਜੋ ਸਾਡੇ ਦੇਸ਼ ਵਿੱਚ ਵਾਤਾਵਰਣ ਨੂੰ ਜਾਗਰੂਕਤਾ ਪੈਦਾ ਕਰਨ ਲਈ ਕੰਮ ਕਰ ਰਹੀਆਂ ਹਨ, ਉਹ ਇਸ ਪ੍ਰਕਾਰ ਹਨ। ਨੰਬਰ 1, ਬੰਬੇ ਨੈਚੁਰਲ ਹਿਸਟਰੀ ਸੁਸਾਇਟੀ, that is BNHS। ਇਹ ਸੰਸਥਾ ਮੁੰਬਈ ਵਿੱਚ ਸਥਿਤ ਹੈ। ਇਹ ਸੰਸਥਾ 1887 ਵਿੱਚ ਸਥਾਪਿਤ ਕੀਤੀ ਗਈ ਸੀ। ਇਸ ਸੰਸਥਾ ਦਾ ਬਹੁਤ ਵੱਡਾ ਰੋਲ ਹੈ ਕਿ ਸਾਡੇ ਬਹੁਤ ਵੱਡੇ ਸ਼ਹਿਰ ਬੰਬਈ ਦੇ ਵਿੱਚ ਵੀ ਜੰਗਲਾਤ ਦਾ ਰਕਬਾ
ਕਾਫੀ ਹੱਦ ਤੱਕ ਵਿਸਤ੍ਰਿਤ ਹੈ। ਇਹ ਸੰਸਥਾ ਸਾਲ ਵਿੱਚ 2 ਰਸਾਲੇ ਛਾਪਦੀ ਹੈ, ਜਰਨਲ ਆਫ ਨੈਚੁਰਲ ਹਿਸਟਰੀ ਐਂਡ ਹੌਰਨਬਿਲ, ਜਿਸ ਨਾਲ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜੰਗਲੀ ਜੀਵਾਂ ਨੂੰ ਅਤੇ ਜੰਗਲਾਤ ਦੇ ਖੇਤਰ ਨੂੰ ਬਚਾਉਣ ਲਈ ਜਾਗਰੂਕ ਕਰਦੇ ਹਨ। ਨੰਬਰ 2, ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ। ਇਹ ਸੰਸਥਾ ਨਵੀਂ ਦਿੱਲੀ ਵਿੱਚ ਸਥਿਤ ਹੈ। ਇਹ ਸੰਸਥਾ ਦਾ ਮੁੱਖ ਮੰਤਵ ਵਰਕਸ਼ਾਪ, ਸੈਮੀਨਾਰ ਜਾਂ ਹੋਰ ਵਿਧੀਆਂ ਰਾਹੀਂ ਆਮ ਜਨਤਾ ਨੂੰ ਜਾਗਰੂਕ ਕਰਨਾ ਹੈ। ਇਹ ਸੰਸਥਾ ਬੱਚਿਆਂ ਲਈ, ਸਕੂਲੀ ਬੱਚਿਆਂ ਲਈ ਨੇਚਰ ਕਲੱਬਸ ਵੀ ਆਰਗੇਨਾਈਜ਼ ਕਰਦੀ ਹੈ। ਨੰਬਰ 3, ਸੈਂਟਰ ਫਾਰ ਐਨਵਾਇਰਨਮੈਂਟ ਐਜੂਕੇਸ਼ਨ, ਅਹਿਮਦਾਬਾਦ। ਇਹ ਸੰਸਥਾ ਸਾਡੇ ਵੱਖ-ਵੱਖ ਤਰ੍ਹਾਂ ਦੇ ਸਿੱਖਿਆ ਜਾਂ ਹਾਇਰ ਆਫੀਸ਼ੀਅਲਸ ਜਿਵੇਂ ਮੈਂਬਰਸ ਆਫ ਪਾਰਲੀਮੈਂਟ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, CM, PM ਜਾਂ ਹੋਰ ਵੱਡੇ ਅਫਸਰਾਂ ਨੂੰ ਟ੍ਰੇਨਿੰਗ ਦਿੰਦੀ ਹੈ ਤਾਂ ਕਿ ਵਾਤਾਵਰਣ ਸੰਬੰਧੀ ਉਹਨਾਂ ਨੂੰ ਵੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਬੋਟੈਨੀਕਲ ਸਰਵੇ ਆਫ ਇੰਡੀਆ, ਇਹ ਸਾਡੇ ਭਾਰਤ ਦੀ ਬਹੁਤ ਸਿਰਕੱਢਵੀਂ ਸੰਸਥਾ ਹੈ ਜੋ ਕਲਕੱਤਾ ਵਿੱਚ ਸਥਿਤ ਹੈ। ਇਸ ਦੀ ਮੁੱਖ ਜ਼ਿੰਮੇਵਾਰੀ ਦੇਸ਼ ਭਰ ਵਿੱਚ ਪੌਦਾ ਜਗਤ ਦਾ ਸਰਵੇ ਕਰਨਾ ਹੈ, ਪੌਦਿਆਂ ਦੀ ਸਾਰੀ ਜਨਸੰਖਿਆ ਨੂੰ ਬਚਾਉਣਾ ਹੈ। ਜ਼ੂਲੌਜੀਕਲ ਸਰਵੇ ਆਫ ਇੰਡੀਆ, ਇਹ ਸੰਸਥਾ ਵੀ ਕਲਕੱਤਾ ਵਿਖੇ ਹੀ ਸਥਿਤ ਹੈ, ਪਰ ਇਸ ਦਾ ਮੁੱਖ ਉਦੇਸ਼ ਸਾਡੇ ਦੇਸ਼ ਵਿੱਚ ਵੱਖ-ਵੱਖ ਜੀਵ ਜਾਤੀਆਂ ਨੂੰ ਦੀ ਸਾਂਭ ਸੰਭਾਲ ਕਰਨਾ ਹੈ। ਇਸੇ ਤਰ੍ਹਾਂ ਭਾਰਤੀ ਵਿਦਿਆਪੀਠ ਇੰਸਟੀਚਿਊਟ ਆਫ ਐਨਵਾਇਰਨਮੈਂਟ ਐਜੂਕੇਸ਼ਨ ਐਂਡ ਰਿਸਰਚ, ਜੋ ਕਿ ਪੂਨੇ ਵਿੱਚ ਸਥਿਤ ਹੈ, ਉਹ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਡਿਗਰੀਆਂ ਜਿਵੇਂ ਡਿਪਲੋਮਾ ਇਨ ਐਨਵਾਇਰਨਮੈਂਟ ਐਜੂਕੇਸ਼ਨ, ਬੈਚਲਰ ਇਨ ਐਨਵਾਇਰਨਮੈਂਟ ਐਜੂਕੇਸ਼ਨ, ਮਾਸਟਰ ਇਨ ਐਨਵਾਇਰਨਮੈਂਟ ਐਜੂਕੇਸ਼ਨ ਤੇ PhD ਤੱਕ ਦੇ ਪ੍ਰੋਗਰਾਮ ਆਯੋਜਿਤ ਕਰਦੀ ਹੈ। ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ ਵੀ ਜੰਗਲੀ ਜੀਵ ਜਾਤੀਆਂ ਨੂੰ ਬਚਾਉਣ ਵਿੱਚ ਖਾਸ ਰੋਲ ਪੈਦਾ ਕਰਦੀ ਹੈ। ਇਸ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਵਿੱਚ ਰਾਸ਼ਟਰੀ ਸੰਸਥਾਵਾਂ ਤੋਂ ਇਲਾਵਾ ਬਹੁਤ ਸਾਰੇ ਸੈਂਟਰਸ ਆਫ ਐਕਸਲੈਂਸ ਵੀ ਹਨ ਜੋ ਜਾਗਰੂਕਤਾ ਪੈਦਾ ਕਰਨ ਵਿੱਚ ਕਾਫੀ ਭੂਮਿਕਾ ਨਿਭਾਉਂਦੇ ਹਨ, ਜਿਵੇਂ ਕਿ ਸੈਂਟਰ ਫਾਰ ਐਨਵਾਇਰਨਮੈਂਟ ਐਜੂਕੇਸ਼ਨ ਅਹਿਮਦਾਬਾਦ, CPR Environmental Education Center Chennai, Center for Ecological Sciences Bangalore, Foundation for Revitalization of Local Health Tradition Bangalore। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸੈਂਟਰਸ ਆਫ ਐਕਸਲੈਂਸ ਹਨ, ਜਿਵੇਂ ਟ੍ਰੋਪੀਕਲ ਬੋਟੈਨੀਕਲ ਗਾਰਡਨ ਰਿਸਰਚ ਇੰਸਟੀਚਿਊਟ ਕੇਰਲਾ, Salim Ali Center for Ornithology and Natural History, Center of Mining Environment, Madras School of Economics, Madras University Chennai, then international organization, ਅੰਤਰਰਾਸ਼ਟਰੀ ਸੰਸਥਾਵਾਂ ਵੀ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਹੀਆਂ ਹਨ। United Nations Environment Program, that is UNEP, then Convention on International Trade in Endangered Species, United Nations Framework Convention on Climate Change, ਜੋ ਕਿ ਜਲਵਾਯੂ ਤਬਦੀਲੀ ਤੇ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ, United Nations Educational, Scientific and Cultural Organization, UNESCO, International Union for Conservation of Nature and Natural Resources, that is IUCN, एक अंतरराष्ट्रीय संस्था है जो कि कुदरत ਅਤੇ ਕੁਦਰਤੀ ਰਿਸੋਰਸਿਸ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ Environmental Protection Agency, Greenpeace, Convention on Biological Diversity ਦੀ ਭੂਮਿਕਾ ਵੀ ਸ਼ਲਾਘਾਯੋਗ ਹੈ। ਅੰਤਰਰਾਸ਼ਟਰੀ ਸੰਸਥਾਵਾਂ ਤੋਂ ਇਲਾਵਾ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਹਨ ਜੋ ਕਿ ਆਮ ਲੋਕਾਂ ਲਈ ਰੋਲ ਮਾਡਲ ਦਾ ਕੰਮ ਕਰਦੇ ਹਨ। So there are people involved in creating awareness related to the environment। ਵਾਤਾਵਰਣ ਨਾਲ ਸੰਬੰਧਿਤ ਜਾਗਰੂਕਤਾ ਪੈਦਾ ਕਰਨ ਵਾਲੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ 'ਚ ਕੁਝ ਰਾਸ਼ਟਰੀ ਸ਼ਖਸੀਅਤਾਂ ਵੀ ਸ਼ਾਮਲ ਨੇ ਤੇ ਅੰਤਰਰਾਸ਼ਟਰੀ ਸ਼ਖਸੀਅਤਾਂ ਵੀ ਸ਼ਾਮਲ ਨੇ। ਨੈਸ਼ਨਲ ਪਰਸਨੈਲਿਟੀਜ਼ ਵਿੱਚ ਡਾਕਟਰ ਸਲੀਮ ਅਲੀ, ਮੇਧਾ ਪਾਟਕਰ, ਸੁੰਦਰ ਲਾਲ ਬਹੁਗੁਣਾ,
ਜਿਸ ਨੂੰ ਕਿ ਚਿਪਕੂ ਅੰਦੋਲਨ ਲਈ ਵੀ ਜਾਣਿਆ ਜਾਂਦਾ ਹੈ। MC ਮਹਿਤਾ, ਇੰਦਰਾ ਗਾਂਧੀ, ਅਨਿਲ ਅਗਰਵਾਲ ਦਾ ਨਾਮ ਵਰਣਨਯੋਗ ਹੈ। ਇੰਟਰਨੈਸ਼ਨਲ ਪੱਧਰ ਤੇ ਚਾਰਲਸ ਡਾਰਵਿਨ, ਜੌਨ ਮਿਊਰ, ਈਓ ਵਿਲਸਨ, ਰੈਲਫ ਐਮਰਸਨ, ਰੈਕਲ ਕੈਰਸਨ, ਹੈਨਰੀ ਥੋਰਿਓ ਦਾ ਨਾਮ ਵੀ ਗਿਣਿਆ ਜਾ ਸਕਦਾ ਹੈ। ਬਹੁਤ ਸਾਰੇ ਅੰਦੋਲਨ ਵੀ ਇਸ ਜਾਗਰੂਕਤਾ ਦਾ ਹਿੱਸਾ ਹਨ। ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਵਾਤਾਵਰਣ ਅਧਿਐਨ ਦਾ ਬਹੁਪੱਖੀ ਸੁਭਾਅ ਕੀ ਹੈ। ਅਸੀਂ ਸਾਰੇ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਾਂ ਕਿ ਵਾਤਾਵਰਣ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜੈਵਿਕ ਅੰਗ ਜਾਂ ਅਜੈਵਿਕ ਅੰਗ। ਇਸ ਨੂੰ ਅਸੀਂ ਨਿਰਜੀਵ ਜਗਤ ਤੇ ਸਜੀਵ ਜਗਤ ਵੀ ਆਖ ਸਕਦੇ ਹਾਂ। ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਕਿ ਜੋ ਅਜੈਵਿਕ ਅੰਗ ਹੈ ਉਸ ਵਿੱਚ ਹਵਾ, ਮਿੱਟੀ ਅਤੇ ਪਾਣੀ ਸ਼ਾਮਲ ਹਨ। ਜੇਕਰ ਅਸੀਂ ਹਵਾ ਨੂੰ ਦੇਖੀਏ ਤਾਂ ਉਹ ਹਵਾ ਮੰਡਲ ਵਿੱਚ ਸਥਿਤ ਹੈ। ਹਵਾ ਮੰਡਲ ਦੀ ਜਾਣਕਾਰੀ ਨੂੰ ਅਸੀਂ ਕਲਾਈਮੇਟੋਲੋਜੀ ਆਖਦੇ ਹਾਂ। ਇਸੇ ਤਰ੍ਹਾਂ ਪਾਣੀ ਜਲ ਮੰਡਲ ਦੇ ਵਿੱਚ ਸਥਿਤ ਹੈ, ਜਿਸ ਦੀ ਸਿੱਖਿਆ ਨੂੰ ਅਸੀਂ ਹਾਈਡਰੋਲੋਜੀ ਆਖਦੇ ਹਾਂ। ਸਟੱਡੀ ਆਫ ਸੋਇਲ ਨੂੰ ਅਸੀਂ ਲਿਥੋਲੋਜੀ ਜਾਂ ਸੋਇਲ ਸਾਇੰਸ ਜਾਂ ਐਗਰੀਕਲਚਰ ਨਾਲ ਸੰਬੰਧਿਤ ਰੱਖਦੇ ਹਾਂ। ਸਟੱਡੀ ਆਫ ਇਸੇ ਤਰ੍ਹਾਂ ਜੈਵਿਕ ਜਗਤ ਨੂੰ ਪਲਾਂਟਸ, ਐਨੀਮਲਸ, ਸੂਖਮ ਜੀਵ ਜਾਂ ਪ੍ਰਾਣੀ ਜਗਤ ਵਿੱਚ ਅਸੀਂ ਵੰਡ ਸਕਦੇ ਹਾਂ। ਸਟੱਡੀ ਆਫ ਪਲਾਂਟਸ ਨੂੰ ਅਸੀਂ ਬੋਟਨੀ ਆਖਦੇ ਹਾਂ। ਸਟੱਡੀ ਆਫ ਐਨੀਮਲਸ ਨੂੰ ਜੀਵ ਵਿਗਿਆਨ ਆਖਦੇ ਹਾਂ। ਸਟੱਡੀ ਆਫ ਮਾਈਕਰੋ ਆਰਗੈਨਿਜ਼ਮਸ ਨੂੰ ਮਾਈਕਰੋਬਾਇਓਲੋਜੀ ਆਖਦੇ ਹਾਂ। ਸਟੱਡੀ ਆਫ ਹਿਊਮਨਸ ਨੂੰ ਅਸੀਂ ਸੋਸ਼ੀਓਲੋਜੀ ਜਾਂ ਐਂਥਰੋਪੋਲੋਜੀ ਦੇ ਨਾਲ ਸੰਬੰਧਿਤ ਰੱਖਦੇ ਹਾਂ। ਪਰ ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜੇਕਰ ਵਾਤਾਵਰਣ ਦੇ ਹੀ ਵੱਖ-ਵੱਖ ਅੰਗ ਹਨ ਤੇ ਉਸ ਦੇ ਅਧਿਐਨ ਤਾਂ ਜ਼ਰੂਰ ਹੀ ਬਹੁਪੱਖੀ ਹੋਵੇਗਾ। ਪਿਆਰੇ ਵਿਦਿਆਰਥੀਓ, ਹੁਣ ਤੁਸੀਂ ਵਾਤਾਵਰਣ ਪ੍ਰਤੀ ਕਾਫੀ ਜਾਣਕਾਰੀ ਹਾਸਿਲ ਕਰ ਚੁੱਕੇ ਹੋ। ਇਸ ਲਈ ਅਸੀਂ ਸਾਰੇ ਹੁਣ ਇਹ ਪ੍ਰਣ ਕਰਦੇ ਹਾਂ ਕਿ ਵਾਤਾਵਰਣ ਨੂੰ ਬਚਾਉਣਾ ਕਿੰਨਾ ਜ਼ਰੂਰੀ ਹੋ ਚੁੱਕਾ ਹੈ। ਇਸ ਲਈ ਅਸੀਂ ਆਮ ਜਨਤਾ ਨੂੰ ਵੀ ਵਾਤਾਵਰਣ ਸਿੱਖਿਆ ਸੰਬੰਧੀ ਜਾਗਰੂਕ ਕਰਾਂਗੇ ਤਾਂ ਕਿ ਅਸੀਂ ਆਪਣੇ ਭਵਿੱਖ ਨੂੰ ਹੋਰ ਉਜਵਲ ਕਰ ਸਕੀਏ ਤੇ ਵਾਤਾਵਰਣ ਨੂੰ ਬਚਾ ਸਕੀਏ।